जी बाज़ वाक़यात ऐसे होते हैं ज़िंदगी के कि उनको सुन के इंसान पहली दफ़ा जलसा सालाना इंग्लिस्तान ਦੇ ਵਿੱਚ ਸ਼ਾਮਿਲ ਹੋਣ ਵਾਸਤੇ ਬਤੌਰ ਨੁਮਾਇੰਦਾ ਅੰਸਾਰੁੱਲਾ ਪਾਕਿਸਤਾਨ ਅੱਛਾ ਮੈਂ ਵਫਦ ਦੇ ਨਾਲ ਆਇਆ ਮੈਂ ਇੱਥੇ ਅੱਛਾ ਤੇ ਉਹ ਮੈਂ ਹਜ਼ੂਰ ਵਾਸਤੇ ਇੱਕ ਕੁੱਲਾ ਤੇ ਪਗੜੀ ਵੀ ਨਾਲ ਲਈ ਸੀ ਉੱਥੋਂ ਅੱਛਾ ਲੈ ਕੇ ਆਇਆ ਸੀ ਕਿ ਮੈਂ ਪੇਸ਼ ਕਰਾਂਗਾ ਠੀਕ ਲੇਕਿਨ ਇੱਥੇ ਜਦੋਂ ਆਏ ਆ ਲੰਡਨ ਤੇ ਉਹ ਮੇਰਾ ਜਿਹੜਾ ਟੈਚੀ ਕੇਸ ਸੀ ਹਾਂ ਉਹ ਕਿਸੇ ਨੇ ਬਦਲ ਕੇ ਉਹ ਗਲਤੀ ਨਾਲ ਕੋਈ ਲੈ ਗਿਆ ਠੀਕ ਤੇ ਆਪਣਾ ਟੈਚੀ ਕੇਸ ਛੱਡ ਗਿਆ ਠੀਕ ਹੈ ਜਦੋਂ ਲੋਕ ਚਲੇ ਗਏ ਤੇ ਉਹ ਸਮਾਨ ਲੋਕ ਲੈ ਗਏ ਤੇ ਉਹ ਇੱਕ ਟੈਚੀ ਕੇਸ ਵੱਡੇ ਸਾਈਜ਼ ਦਾ ਉਹ ਉੱਥੇ ਪਿਆ ਨਜ਼ਰ ਆਇਆ ਮੈਂ ਨਹੀਂ ਛੇੜਿਆ ਉਹਨੂੰ ਮੈਂ ਕਿਹਾ ਵੀ ਪਤਾ ਨਹੀਂ ਕਿਹਦਾ ਹੱਥ ਕਿਹਦਾ ਨਹੀਂ ਮੇਰਾ ਤੇ ਗੁੰਮ ਹੋ ਗਿਆ ਸੀ ਹਾਂਜੀ ਤੋਂ ਬਾਅਦ ਵਿੱਚ ਫਿਰ ਜਦੋਂ ਮੁਲਾਕਾਤ ਹੋਈ ਨਾ ਹਜ਼ੂਰ ਨਾਲ ਜੀ ਲੰਡਨ ਜੀ ਤੇ ਮੈਂ ਕਿਹਾ ਹਜ਼ੂਰ ਮੈਂ ਤੋਹਫੇ ਦੇ ਤੌਰ ਤੇ ਪਗੜੀ ਕੁੱਲਾ ਮੈਂ ਲਿਆਂਦਾ ਸੀ ਪੇਸ਼ ਕਰਨ ਵਾਸਤੇ ਹਜ਼ੂਰ ਦੀ ਖਿਦਮਤ ਚ ਠੀਕ तो मेरा टच केस जड़ा है वो उत्थे लंदन आके एयरपोर्ट ते अच्छा वो किसी ने बदल लिया वो हुण ओहदे विच चले गए ने अच्छा ते अच्छा हजूर सुन के ते अंदर गए अच्छा अंदर जाके एक पगड़ी ते कुला वो मैनूं लिया के फड़ा दिता अपना अच्छा 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 ये केड़े सन दी तुसी 90 1990 ਦੀ ਗੱਲ ਅੱਛਾ ਅੱਛਾ ਠੀਕ ਉਦੋਂ ਤੁਸੀਂ ਮੇਰਾ ਖਿਆਲ ਹੈ ਅੰਸਾਰੁੱਲਾ ਦੇ ਨੁਮਾਇੰਦਗੀ ਕੁੱਲਾ ਤੇ ਪਗੜੀ ਅਜੇ ਤੱਕ ਪਏ ਨੇ ਮਹਿਫੂਜ਼ ਮੇਰੇ ਕੋਲ ਅੱਛਾ ਹੁਣ ਉਹ ਕੈਨੇਡਾ ਪਏ ਨਹੀਂ ਜਾਂ ਪਾਕਿਸਤਾਨ ਨੇ ਨਹੀਂ ਮੇਰਾ ਖਿਆਲ ਹੈ ਇੱਥੇ ਮੇਰੇ ਕੋਲ ਕੈਨੇਡਾ ਹੀ ਨੇ ਕੈਨੇਡਾ ਚ ਨੇ ਅੱਛਾ ਸਹੀ ਠੀਕ ਹੈ ਰਾਈਟ ਕਦੀ ਵੇਖਿਆ ਪਾਇਆ ਤੇ ਹੈ ਨਹੀਂ ਠੀਕ ਹੈ ਇਹ ਉਦੋਂ ਤੁਸੀਂ ਅੰਸਾਰੁੱਲਾ ਦਾ ਨੁਮਾਇੰਦਾ ਦੇ ਤੌਰ ਤੇ ਅੰਸਾਰੁੱਲਾ ਦੇ ਨੁਮਾਇੰਦੇ ਪਾਕਿਸਤਾਨ ਹਾਂਜੀ ਦੇ ਤੌਰ ਤੇ ਮੈਂ ਆਇਆ ਸੀ ਠੀਕ ਹੈ ਠੀਕ ਇਹ ਫਿਰ 1990 ਦੀ ਗੱਲ ਹੈ ਕਿ ਜਿਹਦੇ ਤੁਸੀਂ ਤਿੰਨੇ ਦਿਨ ਉਹ ਬਾਈ ਚਾਂਸ ਜਿਹੜਾ ਉਹ ਜਿਹੜਾ ਸੀ ਉਹ ਜਿਹੜਾ ਪਹਿਲਾ ਦਿਨ ਦੂਸਰਾ ਕੀ ਉਹਦੇ ਚ ਕੀ ਸੀ ਵਾਕਿਆ ਕਿਵੇਂ ਉਹ ਸਾਰਾ ਮੁਮਕਿਨ ਹੋਇਆ ਸੀ ਅਗਰ ਯਾਦ ਹੈ ਤਾਂ ਕਿਉਂਕਿ ਖਲੀਫਤ ਮਸੀਹ ਰਾਬਿਆ ਨੂੰ ਮੇਰਾ ਪਤਾ ਸੀ ਕਿ ਮੈਂ ਨਜ਼ਮ ਪੜ੍ਹਨਾ ਹਾਂਜੀ ਤੇ ਉਹ ਹਜ਼ੂਰ ਨੇ 2 ਇਜਲਾਸਾਂ ਚ ਨਾ ਮੇਰੇ ਨਜ਼ਮਾਂ ਰੱਖੀ ਅੱਛਾ ਬਕਾਇਦਾ ਅਪਰੂਵ ਕਰਕੇ 2 ਦਿਨ 2 ਇਜਲਾਸਾਂ ਚ ਨਜ਼ਮਾਂ ਪੜ੍ਹਾਉਣੀਆਂ ਅੱਛਾ ਠੀਕ ਤੀਸਰਾ ਦਿਨ ਸੀ ਨਾ ਜਿਹੜਾ ਹਾਂਜੀ ਉਹਦੇ ਚ ਐਟ ਰੈਂਡਮ ਪ੍ਰੋਗਰਾਮ ਬਣਿਆ ਉਹ ਇਹ ਕਿ ਟੀਵੀ ਵਾਲੇ ਟੀਵੀ ਠੀਕ ਕਰ ਰਹੇ ਸੀ ਠੀਕ ਤੇ ਹਜ਼ੂਰ ਤਸ਼ਰੀਫ ਲਿਆਏ ਖੜੇ ਸੀ ਤੇ ਕਹਿਣ ਲੱਗੇ ਕਿ ਤੁਸੀਂ ਟੀਵੀ ਠੀਕ ਕਰੋ ਕਿਉਂਕਿ ਸਾਰੀ ਦੁਨੀਆ ਤੋਂ ਲੋਕ ਮੈਨੂੰ ਦੇਖਣ ਵਾਸਤੇ ਬੈਠੇ ਨੇ ਠੀਕ ਤੇ ਤੁਸੀਂ ਟੀਵੀ ਠੀਕ ਕਰ ਲਓ ਟੀਵੀ ਠੀਕ ਕਰੋਗੇ ਫਿਰ ਮੈਨੂੰ ਇਤਲਾਹ ਕਰਨਾ ਮੈਂ ਜਾਣਾ ਵਾਪਸ ਠੀਕ ਜਦੋਂ ਠੀਕ ਹੋ ਜਾਏਗਾ ਤੇ ਮੈਨੂੰ ਇਤਲਾਹ ਕਰਨਾ ਫਿਰ ਮੈਂ ਆ ਜਾਵਾਂਗਾ ਠੀਕ ਤੇ ਜਾਂਦਿਆਂ ਫਰਮਾ ਗਏ कि इस दौरान साबर साहब आपके सब्र का इम्तिहान लेंगे अच्छा अच्छा ठीक है अच्छा मतलब एक यूनिक चीज़ सी कि तीनों दिन नज़म का मौका मिले कोई उन्हां चों जिहड़ी कोई नज़म कोई जिहड़ी नज़म पढ़ी सी कोई याद है किहड़ी नज़म सी जिहड़ी तुसी उत्थे उस टाइम मौके ते सुनाई कोई ज़हन च है मेरा ख्याल एक नज़म गालिबन निशान को देखकर इनकार कब तक पहुंचाएगा अच्छा क्या सी एक खुदा के पाक लोगों को खुदा से नुसरत आती है तो अच्छा ठीक एक नज़म ऐसी राइट तीसरे दिन जब फरमाया कि सब्र सा हो के सब्र का इम्तिहान लेंगे और एक कह के चले गए अच्छा तो वो फिर मैनू इशारा होया भी नज़म पढ़ो अच्छा ठीक अच्छा मैं फिर नज़म शुरू की थी ये रोज़ कर मुबारक सुबहान मिजरा अच्छा 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 वो फिर दोनों ठीक हो गया टीवी उन्होंने इतलाह की थी ठीक फिर हजूर तशरीफ ले आए अच्छा फिर मैंने उन्होंने इशारा किया बह जाओ जाके स्टेज पे अच्छा तो मैं नज़म बंद करके फिर स्टेज पे बह गया राइट 3 नज़मां पढ़ने का मौका हाँ जी जलसे एक जलसे ते बिल्कुल ये रिकॉर्ड है बिल्कुल है किसी आदमी ने आज तक 3 नज़मां एक जलसे सालाने दे उत्ते नहीं पढ़ियां हाँ जी नहीं मौका किसी को ऐसा मिले चलो वेरी नाइस ਤੁਹਾਡੇ ਜਿਹੜੇ ਤੁਸੀਂ ਪੜ੍ਹਾਉਂਦੇ ਰਹੇ ਕਾਲਜ ਜੀ ਫੋਟੋ ਹੈ ਬਕਾਇਦਾ ਮੇਰੇ ਕੋਲ ਪਿਆ ਅੱਛਾ ਚਲੋ ਅਗਰ ਉਹ ਫੋਟੋ ਵੀ ਮਿਲ ਜੇ ਤਾਂ ਇਨਸ਼ਾਅੱਲਾ ਉਹਨੂੰ ਵੀ ਨਾਲ ਯਾਦ ਧਿਆਨੀ ਉਹ ਕੀ ਕਹਿੰਦੇ ਨੇ ਯਾਦਗਾਰੀ ਨਹੀਂ ਹੁੰਦਾ ਹੈ ਕਿ ਅੱਛਾ साथज़ा और तलबा पहली MA अरबी क्लास अच्छा साहब के साथ अच्छा ठीक लिखे हुए और नाम भी थले सारे लिखे ने थले सारे दे नाम अच्छा ठीक नहीं उस्तादां दे भी ते अच्छा ਜਿਹੜੇ ਮੈਟ੍ਰਿਕ MA ਦੇ ਤਲਬਾ ਸਨ ਉਸ ਵਕਤ
ਪਹਿਲੀ ਕਲਾਸ। ਅੱਛਾ। ਉਹਨਾਂ ਦੇ ਉਹ ਵੀ ਸਾਰੇ ਬਜ਼ੁਰਗ ਹੀ ਸਨ। ਅੱਛਾ। ਕਿਉਂਕਿ ਉਹ ਈਵਨਿੰਗ ਕਲਾਸਿਸ ਰੱਖੀਆਂ ਸੀ। ਅੱਛਾ। ਕਾਲਜ ਨੇ। ਹਾਂ। ਕਿਉਂਕਿ ਬਾਹਰੋਂ ਤੇ ਤਾਲਬ ਇਲਮ ਨਹੀਂ ਸਨ ਆਉਣੇ। ਠੀਕ। MA ਵਿੱਚ। ਠੀਕ ਹੈ। ਤੇ ਉਹ ਫਿਰ ਈਵਨਿੰਗ ਕਲਾਸ ਰੱਖੀ ਕਿ ਜਿਹੜੇ ਦਫ਼ਾਤਰ 'ਚ ਲੋਕ ਗ੍ਰੈਜੂਏਟ ਨੇ, ਅੱਛਾ, ਉਹ ਦਾਖਲਾ ਲੈ ਸਕਣਗੇ MA 'ਚ। ਠੀਕ। ਉਹ ਫਿਰ ਇਸ ਵਾਸਤੇ ਈਵਨਿੰਗ ਕਲਾਸਿਸ ਰੱਖੀਆਂ। ਅੱਛਾ। ਅਸਰ ਦੇ ਬਾਅਦ ਉਹ ਕਲਾਸ ਸ਼ੁਰੂ ਹੁੰਦੀ ਸੀ। ਠੀਕ। ਉਨੀ ਦੇਰ ਤੱਕ 1 ਵਜੇ ਤੱਕ ਦਫ਼ਤਰ ਬੰਦ ਹੋ ਜਾਂਦੇ ਸੀ। ਅੱਛਾ। ਉਹ ਫਿਰ ਜਿਹੜੇ ਦਫ਼ਤਰਾਂ ਵਿੱਚ ਗ੍ਰੈਜੂਏਟਸ ਬਜ਼ੁਰਗ, ਅੱਛਾ, ਪੁਰਾਣੇ ਕੰਮ ਕਰਨ ਵਾਲੇ ਗ੍ਰੈਜੂਏਟਸ, ਅੱਛਾ, ਉਹਨਾਂ ਨੇ ਫਿਰ ਦਾਖਲਾ ਲਿਆ ਉੱਥੇ ਕਾਲਜ ਵਿੱਚ। ਅੱਛਾ, ਮੌਲਾਨਾ ਅਤਾਉਲ ਮੁਜੀਬ ਰਾਸ਼ਦ ਸਾਹਿਬ, ਇਹ ਕਿਸ ਤਰ੍ਹਾਂ ਤੁਹਾਡੇ ਮਤਲਬ ਸ਼ਾਗਿਰਦ? ਇਹ ਵੀ ਕਾਲਜ ਵਿੱਚ ਪੜ੍ਹਦੇ ਸੀ ਨਾ। ਕਾਲਜ? ਅੱਛਾ, ਕਾਲਜ ਪੜ੍ਹਦੇ ਸੀ। ਤੇ ਜਦੋਂ ਸਾਡੀ MA ਅਰਬੀ ਕਲਾਸ ਸ਼ੁਰੂ ਹੋਈ ਹੈ ਨਾ 1962 ਵਿੱਚ। ਠੀਕ। ਤੇ ਉਦੋਂ ਦੂਸਰੇ ਸਾਲ 63 ਵਿੱਚ। ਅੱਛਾ। ਤੇ 63 ਵਿੱਚ MA 'ਚ BA ਕਰਦਾ ਨਾ ਕਾਲਜ ਤੋਂ। ਅੱਛਾ। ਤੇ ਅਰਬੀ ਸਬਜੈਕਟ ਸੀ ਇਹਨਾਂ ਦਾ। ਇਹਨਾਂ ਫਿਰ MA ਅਰਬੀ 'ਚ ਦਾਖਲਾ ਲਿਆ। ਅੱਛਾ, ਕਾਲਜ ਵਿੱਚ। ਠੀਕ। ਇਸ ਲਿਹਾਜ਼ ਨਾਲ ਫਿਰ ਉਹ ਸਾਡੀ ਕਲਾਸ ਵਿੱਚੋਂ ਵੀ ਅੱਛਾ ਸ਼ਾਗਿਰਦ ਬਣ ਗਏ। ਕਿੰਨੀ ਦੇਰ ਇਹ ਪੜ੍ਹੇ ਨੇ? ਯਾਨੀ ਉਸ ਸਾਲ 2 ਸਾਲ ਦੀ। 2 ਸਾਲ ਦੀ MA ਦੀ 2 ਸਾਲ। ਇਹਨਾਂ ਦੇ ਇਲਾਵਾ ਕੋਈ ਹੋਰ ਵੀ ਸਨ ਜਿਹੜੇ ਬਾਅਦ 'ਚ ਕੋਈ ਵਕਫੇ ਜ਼ਿੰਦਗੀ ਹੋਏ ਜਾਂ ਕੋਈ ਨਾਮ? ਇੱਕ ਬੜੇ ਪੁਰਾਣੇ ਬਜ਼ੁਰਗ ਸਨ, ਸੈਯਦ ਅਬਦੁੱਲਾ। ਅੱਛਾ। ਹਾਂ, ਸੈਯਦ ਅਬਦੁੱਲਾ। ਉਹ ਵੀ, ਉਹਨੇ ਵੀ ਦਾਖਲਾ ਲਿਆ ਸੀ। ਉਹ ਵੀ ਸ਼ਾਗਿਰਦ ਬਣੇ ਸਾਡੇ। ਅੱਛਾ। ਇੱਕ ਕੁਰੈਸ਼ੀ ਮਕਬੂਲ ਅਹਿਮਦ ਸਾਹਿਬ ਸਨ। ਅੱਛਾ। ਜਿਹੜੇ ਬਾਅਦ ਵਿੱਚ ਅਮਰੀਕਾ ਦੇ ਮੁਬਲਗ ਰਹੇ ਨੇ। ਅੱਛਾ, ਕੁਰੈਸ਼ੀ। ਉਹ ਵੀ ਕਲਾਸ ਵਿੱਚ ਦਾਖਲ ਹੋਏ। ਠੀਕ। ਠੀਕ। ਤੇ ਇੱਕ ਲਾਇਬ੍ਰੇਰੀ ਇੰਚਾਰਜ ਸਨ। ਹਾਂ। ਬਜ਼ੁਰਗ ਉਹਨਾਂ ਦਾ ਸ਼ਕਲ ਉਹਦੀ ਮੇਰੇ ਸਾਹਮਣੇ, ਲੇਕਿਨ ਨਾਮ ਜ਼ੇਨ। ਹਾਂ, ਦਾੜੀ, ਜਿਨ੍ਹਾਂ ਨੇ ਵਾਈਟ ਦਾੜੀ ਰੱਖੀ ਸੀ, ਉਹ ਮੈਨੂੰ ਵੀ ਨਹੀਂ ਜ਼ੇਨ 'ਚ ਇਸ ਟਾਈਮ। ਉਹ ਮਸ਼ਹੂਰ ਲਾਇਬ੍ਰੇਰੀ ਇੰਚਾਰਜ ਨੂੰ ਪਤਾ ਲੱਗ ਜਾਂਦਾ ਸੁਣ ਕੇ ਕਿ ਉਹਨਾਂ ਦਾ ਨਾਮ ਇਸ ਟਾਈਮ ਨਹੀਂ ਆ ਰਿਹਾ ਜ਼ੇਨ 'ਚ। ਅੱਛਾ, ਉਹ ਵੀ ਰਹੇ ਨੇ ਸ਼ਾਗਿਰਦ? ਉਹ ਵੀ ਰਹੇ ਨੇ। ਅੱਛਾ। ਅੱਛਾ। ਬਾਕੀ ਤੁਹਾਡੇ ਕੋਲ ਮੇਰਾ ਖਿਆਲ ਹੈ ਆਪਣਾ ਉਹ ਕਲਾਸ ਇਹਨਾਂ ਦੀ ਵੀ ਸੀ ਇਹਦੇ 'ਚ, MA ਦੇ ਵਿੱਚ, ਜਿਹੜੀਆਂ ਨੇ ਲੜਕੀਆਂ ਵੀ ਜਿਹੜੀਆਂ ਨੇ ਬਹੁਤ ਸਨ ਜਿਨ੍ਹਾਂ ਨੇ MA ਕੀਤੀ, ਬਲਕਿ ਪੂਰੀ ਵਰਲਡ 'ਚ ਬਹੁਤ ਸਾਰੀਆਂ ਨੇ ਜਿਨ੍ਹਾਂ ਨੇ MA ਅਰਬੀ ਕਰਕੇ, ਜਿਨ੍ਹਾਂ ਨੇ ਇੱਥੇ ਕੈਨੇਡਾ। ਅੱਛਾ। ਦੀ ਉਹ ਨੈਸ਼ਨਲ ਸਦਰ ਰਹੀ ਇੱਕ। ਅੱਛਾ। ਉਹ ਵੀ ਸਾਡੀ ਸ਼ਾਗਿਰਦ ਸੀ। ਅੱਛਾ। ਠੀਕ। ਅੱਛਾ। ਠੀਕ। ਬਾਕੀ ਇਹ ਵੇ ਕਿ ਜਿਹੜੇ ਨੇ ਇੱਕ ਦਿਲਚਸਪ ਗੱਲ ਵੀ ਹੈ। ਹਾਂਜੀ। ਤੋ ਚੂੰਕਿ MA ਅਰਬੀ 'ਚ ਕਲਾਸ ਵਿੱਚ ਲੜਕੀਆਂ, ਹਾਂਜੀ, ਰੱਬਾ ਦੀਆਂ ਪੜ੍ਹਦੀਆਂ ਸੀ। ਜੀ। ਤੇ ਜਦੋਂ ਮੈਂ 2 ਸਾਲ ਮੇਰੀ ਸਰਵਿਸ 62 ਵਿੱਚ ਮੈਂ ਲੱਗਾ ਕਾਲਜ। ਜੀ। 64 'ਚ ਮੇਰੀ ਸ਼ਾਦੀ ਹੋਈ। ਠੀਕ। ਤੇ ਜਦੋਂ ਵਲੀਮਾ ਕੀਤਾ ਨਾ, ਹਾਂਜੀ, ਉਹਦੇ ਵਿੱਚੋਂ ਕਲਾਸਾਂ ਵੀ ਆਈਆਂ। ਅੱਛਾ। ਉਹਦੇ ਵਿੱਚੋਂ ਲੜਕੀਆਂ ਵੀ ਸਾਰੀਆਂ ਆਈਆਂ। ਅੱਛਾ। ਉਸਤਾਦ ਵੀ ਸਨ। ਠੀਕ। ਪ੍ਰੋਫੈਸਰ ਵੀ। ਠੀਕ। ਤੇ ਉਹ ਉਹਦੇ ਬਾਅਦ ਜਦੋਂ ਛੁੱਟੀਆਂ ਗੁਜ਼ਾਰ ਕੇ ਮੈਂ 4-5 ਸ਼ਾਦੀ ਦੇ ਬਾਅਦ ਅੱਛਾ ਗਿਆ ਕਾਲਜ ਕਲਾਸ ਵਿੱਚ। ਹਾਂ। ਉਹ ਲੜਕੀਆਂ ਕਲਾਸ 'ਚ, ਸਾਡਾ ਕਮਰੇ 'ਚ ਪਰਦਾ ਹੁੰਦਾ ਸੀ। ਠੀਕ। ਇੱਕ ਸਾਈਡ ਤੇ ਲੜਕੇ ਤੇ ਉਸਤਾਦ ਬੈਠਦੇ ਸੀ। ਠੀਕ। ਦੂਸਰੀ ਸਾਈਡ ਤੇ ਲੜਕੀਆਂ ਬੈਠਦੀਆਂ ਸੀ। ਹਾਂ, ਬਿਲਕੁਲ ਦੇਖਿਆ ਮੈਨੂੰ। तो मैं जो गया छुट्टियां गुजार के। अच्छा। तो लड़कियां कहदियां साबिर साहब इन्नी खूबसूरत दुल्हन कितों लभ गई तुहानू? अच्छा। उन्होंने तो हाँ, क्योंकि वलीमे ते जो शामिल हुए ठीक हो गया। अच्छा। मैं क्या भी ये मैनू नहीं लभी। ये दुल्हन मेरी दादी जान ने बचपन च मेरे वास्ते चुन ली सी। अच्छा। ਮੇਰੀ ਦਾਦੀ ਜਾਨ ਦੀ ਸਕੀ ਭਤੀਜੀ ਹੈ। ਅੱਛਾ। ਤੇ ਅਸੀਂ ਛੋਟੇ ਸਨ, ਬੱਚੇ ਸਨ ਜਦੋਂ ਦਾਦੀ ਜਾਨ ਨੇ ਅੱਛਾ ਉਹਨੂੰ ਮੇਰੇ ਵਾਸਤੇ ਚੁਣ ਲਿਆ, ਮੰਨ ਲਿਆ ਸੀ। ਉਹਨਾਂ ਜ਼ਮਾਨਿਆਂ ਦੇ ਵਿੱਚ ਉਹ ਬਜ਼ੁਰਗ ਜਿਹੜੇ ਨੇ ਉਹ ਫੈਸਲੇ ਕਰਦੇ ਬਚਪਨ 'ਚ ਹੀ। ਕੋਈ ਪੈਦਾ ਹੋਇਆ ਤੇ ਜੀ ਇਹ ਜੀ ਸਾਡੀ ਹੋ ਗਈ, ਇਹ ਜੀ ਉਹ ਜ਼ਮਾਨਾ ਹੋਰ ਸੀ। ਪਿਆਰ ਮੁਹੱਬਤ ਹੁੰਦਾ ਸੀ ਨਾ ਬੜਾ। ਬਿਲਕੁਲ ਇਸ ਤਰ੍ਹਾਂ ਤਾਲੁਕ ਬਹੁਤ ਜ਼ਿਆਦਾ ਹੁੰਦਾ ਸੀ। ਠੀਕ। ਗੱਲ ਜਿਹੜੀ ਸੀ ਜੋ ਕਹਿੰਦੇ ਸਨ ਮੰਨ ਲੈਂਦੇ ਸਨ। ਉਹ ਮੈਨੂੰ ਤੁਹਾਡੀ ਗੱਲ ਤੋਂ ਯਾਦ ਆ ਗਿਆ ਕਿ ਖਲੀਫਤੁਲ ਮਸੀਹ ਰਾਬੇ ਇਹ ਰੱਵਾ ਦੇ ਵਿੱਚੋਂ ਨਾ ਜਾਂਦੇ ਹੁੰਦੇ ਸਨ ਨਾ ਸਾਈਕਲ ਤੇ, ਹਮੇਸ਼ਾ ਦਫ਼ਤਰ ਜਾਂਦੇ। ਅਸੀਂ ਉਹ ਸਕੂਲ ਜਾਣਾ ਕਰਨਾ ਤੇ ਸਾਈਕਲ ਤੇ ਅਕਸਰ ਟਾਕਰਾ ਹੋ ਜਾਣਾ ਨਾ ਜਾਂਦੇ। ਤੇ ਉਹ ਇੱਕ ਦਿਨ ਜਾਂਦੇ ਸਨ ਪਏ ਇੱਕ ਸਾਈਡ ਤੇ ਮੈਂ ਇੱਕ ਦੂਜੀ ਸਾਈਡ ਤੇ ਉਹ ਅਸੀਂ ਹਮੇਸ਼ਾ ਕਹਿਣਾ ਮੀਆਂ ਸਾਹਿਬ ਸਲਾਮ अलैकुम, तो उन्होंने वालेकुम सलाम। अच्छा, वो मैनू कहने लगे कि भाई बात सुने, ये आपकी जो आंखें हैं ये ननिहाल पे गई हैं कि ददयाल पे गई हैं? अच्छा, मैनू उदों पता ही नहीं सी लफज दा, लिहाल ददयाल पता नहीं किहड़ी क्लास च मैं आख्या मियां साहब क्या आपने पूछा है? भाई उन्होंने फिर रिपीट किया
कि भी आपकी आंखें ननिहाल पे ददयाल पे हैं। और मैं क्या मियाँ साहब, फिर मुझे कहने लगा भाई बात सुनो, आपके चचा की आंखें आप जैसी हैं कि आपके मामू की आंखें ऐसी हैं? मैं कहा जी मामू की हैं। तो फिर ये कहो ना कि ननिहाल पे गई। ये लफज मैनू उदों दा याद हो गया कि मतलब इस तरह के कई वाक़यात ने ਜਿਹੜੇ खलीफातुल मसीह तो खलीफा बनने तो पहला उन्होंने तबीयत इस तरह सी, बड़ी बदला तबीयत सी। महल्ले दे जा रहे ने ते बच्चों के नाल अपना घुल मिल जाना, मजाक करना, तो मस्जिद चों निकल रहे हैं नमाज पढ़ के तो पूछना अच्छा रिजल्ट आ गया जी, कोई पोजीशन भी आई है? उन्होंने जी जरूर 3rd। अच्छा तो फिर तो आपको तो वालिद साहब की तरफ से इनाम मिला होगा? कि नहीं, मेरी तरफ से पैगाम दें जाके कि आपने अभी तक इनाम क्यों नहीं दिया? वो इस तरह की तबीयत जी और ਤੁਹਾਡੇ ਕੋਲ ਵੀ ਇੱਕ ਵਾਕਿਆ ਵੀ ਜਦੋਂ ਤੁਸੀਂ ਇਹਨਾਂ ਦੇ ਨਾਲ ਇਕੱਠੇ ਸਫ਼ਰ ਕੀਤਾ ਇੱਕ ਜਗ੍ਹਾ ਤੇ ਬੱਸ ਦਾ, ਉਹ ਸੁਣਾਓ ਜਿੱਥੇ ਪਕੌੜਿਆਂ ਵਾਲਾ ਵਾਕਿਆ। ਆਹ ਸੁਣਾ ਜਦੋਂ ਤੁਸੀਂ ਅੰਸਾਰ ਅੱਲਾਹ ਵੱਲ ਜਾਂਦੇ। एक वाकया याद आ गया सिराबे खिलाफत से पहले जी। तो हम चूँकि मेंबर थे खुदा मरकजिया के, दोनों ही मजलिस आमला में थे। हाँ जी। तो एक मजालस के दौरे भी किया करते थे जी। तो एक दफ़ा हम इकट्ठे दोनों वजीराबाद मजलिस के दौरे पे गए थे। अच्छा। तो रास्ता यूँ होता था कि रब्बा से बैठ के गुजरांवाले बस पे, और फिर गुजरांवाले से बस अगली पकड़ के तो वजीराबाद। ठीक। तो वजीराबाद पहुंचे, जुमे का दिन था। अच्छा। जुमा पढ़ाया मियाँ साहब ने। जुमे के बाद कुछ हल्की सी चाय फाय का इंतजाम था। अच्छा। तो वो पी चाय से फारिग होके हम वापस। अच्छा ठीक। बस पे बैठे। अच्छा। और फिर गुजरांवाले आ गए वजीराबाद से। तो गुजरांवाले में फिर सरगोदे की बस लेनी थी। अच्छा। तो सरगोदे की बस खड़ी थी फुटपाथ के साथ, तो उस बस से उतर के हम सरगोदे वाली बस में बैठ गए। ठीक। वो खिड़की की तरफ थे, मैं अंदर की तरफ बैठा। अच्छा। 2 सीट, 2 सीट 2 सवारी। हाँ जी। तो अभी बैठे ही हैं तो अचानक उठे और मुझे क्रॉस करके बस से बाहर निकल गए। अच्छा। और फुटपाथ पे वो रेडी वाला था एक, उसके पास गए, उससे नान और कबाब। अच्छा। वो लेके उसने वो अखबार में लपेट दिए। अच्छा। तो ये पकड़ के अंदर आ गए और मेरी झोली में रख दिए वो अखबार। अच्छा। लो भाई साबर खाओ। अच्छा। अच्छा। मैं दिल में बड़ा शर्मिंदा हुआ कि देखो खिदमत मुझे करनी चाहिए, ये बुजुर्ग हो के मेरी खिदमत कर रहे हैं। बिल्कुल 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 सही। उनके कितनी उम्र थी उन, मतलब आप उम्र में आपसे बड़े थे? मेरी कुछ 10 साल मुझसे करीबन बड़े थे। ठीक। मेरी 37 की पैदाइश है, उनकी गालबन 28 की पैदाइश है। अच्छा। 1928। ठीक 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 ठीक। तो 9-10 साल के दरमियान इतना फर्क था हमारा। ठीक। उनके साथ तो मेरा ख्याल जमात का कोई ऐसा बंदा नहीं जिसका कोई ना कोई उसको अपना वाकया याद ना हो। मियाँ साहब ने ये कहा, मियाँ साहब ने ऐसे बड़े वाकया। चलें, शुक्रिया।